हाँ जी बच्चे, आप सब जी का एक बारी फिर तो बहुत बहुत स्वागत है ਤੁਹਾਡੇ ਆਪਣੇ YouTube ਚੈਨਲ ਸਮਾਰਟ ਸਟੱਡੀ ਹੱਬ ਦੇ ਉੱਪਰ। ਅੱਜ ਆਪਾਂ ਤੁਹਾਡੇ ਲਈ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਏ ਹੈਗੇ ਹਾਂ ਤੇ ਇਸ ਵਿਸ਼ੇ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹੈਗੇ ਹਾਂ ਫਿਲਾਸਫੀ ਕੀ ਹੈ। ਇਹ ਜਿਹੜਾ ਫਿਲਾਸਫੀ ਦਾ ਟੌਪਿਕ ਹੈ BEd BA DLEd ETT JBT ਸਾਰੇ ਬੱਚਿਆਂ ਦੇ ਲਈ ਹੈਲਪਫੁਲ ਰਹੇਗਾ। ਮੇਰੀ ਆਪ ਸਭ ਨੂੰ ਗੁਜ਼ਾਰਿਸ਼ ਹੈ ਕਿ ਅਗਰ ਤੁਸੀਂ ਚੈਨਲ ਨੂੰ ਹਜੇ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰ ਲਵੋ ਤਾਂ ਕਿ ਆਉਣ ਵਾਲੀ ਹਰ ਵੀਡੀਓ ਤੁਹਾਨੂੰ ਪ੍ਰਾਪਤ ਹੋ ਸਕੇ। ਫਿਲਾਸਫੀ ਹੈ ਜਿਹੜਾ ਬੱਚੇ, ਜੇ ਆਪਾਂ ਇੰਟਰੋਡਕਸ਼ਨ 'ਚ ਜਾਣਦੇ ਹੈਗੇ ਆ ਤਾਂ ਫਿਲਾਸਫੀ ਇਜ਼ ਦਾ ਮਦਰ ਆਫ ਆਲ ਸਬਜੈਕਟਸ। ਫਿਲਾਸਫੀ ਇਜ਼ ਅ ਸਿਸਟਮੈਟਿਕ ਇਕੁਅਲਾਈਜੇਸ਼ਨ ਟੂ ਰਿਐਲਿਟੀ। ਕਿ ਫਿਲਾਸਫੀ ਹੈ ਜਿਹੜੇ ਜਿੰਨੇ ਵੀ ਸਬਜੈਕਟਸ ਨੇ ਆਪਣੇ ਪੂਰੇ ਵਰਲਡ ਦੇ ਵਿੱਚ ਉਹ ਸਾਰੇ ਇਸੇ ਹੀ ਸਬਜੈਕਟ ਦੇ ਵਿੱਚੋਂ ਡਿਵੈਲਪ ਹੋਏ ਆ। ਫਿਲਾਸਫੀ ਨੂੰ ਆਪਾਂ ਜਨਰਲ ਹੈ ਜਿਹੜਾ ਥਿੰਕਿੰਗ ਦੇ ਨਾਲ ਜੋੜਦੇ ਹੈਗੇ ਆ ਕਿ ਥਿੰਕਿੰਗ ਜਾਂ ਡੀਪ ਥਿੰਕਿੰਗ ਜਾਂ ਕ੍ਰਿਟੀਕਲ ਥਿੰਕਿੰਗ ਜਿਹੜੀ ਆ ਉਹ ਫਿਲਾਸਫੀ ਹੈ। ਅਤੇ ਜਦੋਂ ਆਪਾਂ ਕਿਸੇ ਵੀ ਵਿਸ਼ੇ ਦੇ ਉੱਤੇ ਕ੍ਰਿਟੀਕਲੀ ਫੀਲ ਕਰਾਂਗੇ, ਥਿੰਕ ਕਰਾਂਗੇ ਤਾਂ ਉਦੋਂ ਹੀ ਕੋਈ ਜਿਹੜਾ ਨਵਾਂ ਵਿਸ਼ਾ ਹੈ ਉਹ ਡਿਵੈਲਪ ਹੁੰਦਾ ਹੈਗਾ। ਅਤੇ ਇਸ ਕਰਕੇ ਫਿਲਾਸਫੀ ਹੈ ਜਿਹੜੀ ਉਹ ਸਾਰੇ ਸਬਜੈਕਟਸ ਦੀ ਉਸਨੂੰ ਮਦਰ ਬੋਲਿਆ ਜਾਂਦਾ ਹੈਗਾ। ਸਿਸਟਮੈਟਿਕ ਇਕੁਅਲਾਈਜੇਸ਼ਨ ਟੂ ਰਿਐਲਿਟੀ, ਕਿ ਜਿਹੜੀ ਰਿਐਲਿਟੀ ਹੈ ਵਾਸਤਵਿਕਤਾ ਹੈਗੀ ਹੈ ਉਹ ਫਿਲਾਸਫੀ ਦੇ ਵਿੱਚੋਂ ਹੀ ਡਿਵੈਲਪ ਹੁੰਦੀ ਹੈਗੀ ਹੈ। ਨੈਕਸਟ, ਇਟ ਹੈਲਪਸ ਦਾ ਕੋਆਰਡੀਨੇਸ਼ਨ ਆਫ ਡਿਫਰੈਂਟ ਐਕਟੀਵਿਟੀਜ਼ ਆਫ ਇੰਡੀਵਿਜੂਅਲਸ ਐਂਡ ਆਲਸੋ ਸੁਸਾਇਟੀ। ਇਹ ਹੈਲਪ ਵੀ ਕਰਦੀ ਹੈਗੀ ਹੈ ਕਿ ਜਿੰਨਾ ਵੀ ਆਪਣਾ ਸਿਸਟਮ ਚੱਲਦਾ ਸੁਸਾਇਟੀ ਦੇ ਵਿੱਚ ਉਹਨਾਂ ਦਾ ਆਪਸ 'ਚ ਕੋਆਰਡੀਨੇਸ਼ਨ ਬਣਿਆ ਰਹੇ। ਕਿਉਂਕਿ ਜਿੰਨਾ ਆਪਾਂ ਸਮਾਜ ਨੂੰ ਜ਼ਿਆਦਾ ਸਮਝਦੇ ਹੈਗੇ ਆ, ਜਿੰਨਾ ਸੁਸਾਇਟੀ ਦੀ ਆਪਾਂ ਨੂੰ ਜ਼ਿਆਦਾ ਨੌਲੇਜ ਹੁੰਦੀ ਆ, ਉਹਦੇ ਨਾਲ ਆਪਣਾ ਕੋਆਰਡੀਨੇਸ਼ਨ ਹੈ ਸੁਸਾਇਟੀ ਦੇ ਵਿੱਚ ਉਹ ਡਿਵੈਲਪ ਹੋਏਗਾ। ਇਸ ਕਰਕੇ ਜਿਹੜੀ ਸੁਸਾਇਟੀ ਦੇ ਵਿੱਚ ਕੋਆਰਡੀਨੇਸ਼ਨ ਦੇ ਲਈ ਵੀ ਫਿਲਾਸਫੀ ਹੈਲਪ ਕਰਦੀ ਹੈ। All subjects like sociology, pol science, literature, history, science and logics and education etc. depends on philosophy, their full flowering of enrichment। ਕਿ ਜਿੰਨੇ ਵੀ ਸਬਜੈਕਟਸ ਨੇ ਜਿਹੜੇ ਮਰਜ਼ੀ ਹੈ, ਜਿਵੇਂ ਪਹਿਲਾਂ ਹਿਸਟਰੀ ਡਿਵੈਲਪ ਹੋਇਆ, ਹਿਸਟਰੀ 'ਚੋਂ ਪੋਲੀਟੀਕਲ ਸਾਇੰਸ ਨਿਕਲਿਆ, ਪੋਲਿਟੀ ਤੋਂ ਫਿਰ ਹੌਲੀ ਹੌਲੀ ਸੋਸ਼ੋਲੋਜੀ ਨਿਕਲਿਆ ਆ, ਇਕਨੋਮਿਕਸ ਨਿਕਲਿਆ ਆ। ਮਤਲਬ ਇਹ ਸਾਰੀ ਜਿਹੜੀ ਦੇਣ ਹੈਗੀ ਹੈ ਉਹ ਫਿਲਾਸਫੀ ਦੀ ਹੈ। ਸਾਇੰਸ ਹੋ ਗਿਆ, ਲੌਜਿਕਸ ਹੋ ਗਏ, ਮੈਥਸ ਹੋ ਗਏ, ਮੈਥਸ ਦੇ ਵਿੱਚ ਅੱਗੇ ਹੋਰ ਡਿਵਾਈਡੇਸ਼ਨ, ਹੋਰ ਨਵੇਂ ਮੈਥਸ ਡਿਵੈਲਪ ਹੋ ਰਹੇ ਹੈ। ਕਿ ਸਾਰਾ ਕੁਛ ਹੈ ਜਿਹੜਾ ਫਿਲਾਸਫੀ ਕਰਕੇ ਹੈ। ਫਿਲਾਸਫੀ ਹੀ ਅਨਰਿਚ ਕਰਦੀ ਹੈ ਸਾਰੇ ਸਬਜੈਕਟਸ ਨੂੰ। ਐਵਰੀ ਮੈਨ ਲਿਵਸ ਫॉर ਹਿਜ਼ ਓਨ ਫਿਲਾਸਫੀ ਆਫ ਲਾਈਫ। ਹਰ ਪਰਸਨ ਦੀ ਆਪਣੀ ਇੱਕ ਫਿਲਾਸਫੀ ਹੈ। ਹਰ ਪਰਸਨ ਆਪਣੀ ਜਿੰਨੇ ਵੀ ਉਹਦੇ ਪ੍ਰਿੰਸੀਪਲਸ ਨੇ ਜਾਂ ਜਿੰਨਾ ਕਿ ਵੀ ਉਹਦਾ ਮਾਈਂਡ ਡਿਵੈਲਪ ਹੈਗਾ ਉਸਦੇ ਅਕੋਰਡਿੰਗ ਹੈ ਜਿਹੜਾ ਥਿੰਕ ਕਰਦਾ ਅਤੇ ਉਹ ਉਸਦੀ ਆਪਣੀ ਫਿਲਾਸਫੀ ਹੈਗੀ ਹੈ। ਸੋ ਸੈਟ ਇਜ਼ ਵੈਰੀ ਮੱਚ ਇੰਪੋਰਟੈਂਟ ਟੂ ਨੋ ਵਟ ਇਜ਼ ਫਿਲਾਸਫੀ। ਸੋ ਆਪਾਂ ਨੂੰ ਬਹੁਤ ਜ਼ਰੂਰੀ ਹੈਗਾ ਇਹ ਜਾਣਨਾ ਕਿ ਫਿਲਾਸਫੀ ਕੀ ਹੈਗੀ ਹੈ। The meaning of philosophy, the word philosophy is derived from Greek word philos means love and sophia means wisdom। wisdom ਤੇ knowledge ਵੈਸੇ ਦੋਨੋਂ ਅਲੱਗ ਸ਼ਬਦ ਨੇ ਇਹ। knowledge sometime may be wrong or sometime may be right, but wisdom is also a track on right। ਕਿ ਜਿਹੜੀ wisdom ਆਪਾਂ ਰਾਈਟ ਸਾਈਡ ਵਾਲੀ ਲੈ ਕੇ ਜਾਂਦੀ ਹੈ ਅਤੇ knowledge ਹੈ ਜਿਹੜੀ ਉਹ ਆਪਣੀ ਗਲਤ ਵੀ ਹੋ ਸਕਦੀ ਹੈ ਸਮਟਾਈਮ ਅਤੇ ਸਹੀ ਵੀ ਹੋ ਸਕਦੀ ਹੈ। ਤਾਂ ਜਿਹੜਾ ਗ੍ਰੀਕ ਵਰਡ ਹੈ ਉਹ ਕਹਿੰਦਾ ਕਿ ਫਿਲਾਸਫੀ ਦੋ ਵਰਡਸ ਤੋਂ ਮਿਲ ਕੇ ਬਣਿਆ, ਫਿਲੋਸ ਪਲੱਸ ਸੋਫੀਆ। ਅਤੇ ਦੋਨਾਂ ਦਾ ਮੀਨਿੰਗ ਜਿਹੜਾ ਜੋੜ ਕੇ ਨਿਕਲਦਾ ਉਹ ਨਿਕਲਦਾ ਹੈਗਾ ਲਵ ਫॉर ਵਿਜ਼ਡਮ। ਕਿ ਜਿਹੜਾ ਪਲੈਟੋ ਹੈਗਾ ਉਹਨੇ ਆਪਣੇ ਰਿਪਬਲਿਕ ਦੇ ਵਿੱਚ ਡਰਾਈਵ philosophy is the love of wisdom। Plato in his Republic defined that who has a test for every sort of knowledge and who is never satisfied may be termed philosopher। ਕਿ ਜਿਹੜਾ ਪਲੈਟੋ ਹੈ ਉਹ ਆਪਣੀ ਬੁੱਕ ਰਿਪਬਲਿਕ ਦੇ ਵਿੱਚ ਕਹਿੰਦਾ ਹੈਗਾ ਕਿ ਜਿਹੜਾ ਵੀ ਪਰਸਨ ਟੈਸਟ ਕਰਦਾ ਨੌਲੇਜ ਦੇ ਲਈ ਜਾਂ ਜਿਹੜਾ ਵੀ ਆਪਣੀ ਮਤਲਬ ਸੈਟਿਸਫਾਈ ਨਹੀਂ ਹੁੰਦਾ ਨੌਲੇਜ ਤੋਂ ਉਹ ਆਪਾਂ ਫਿਲਾਸਫਰ ਕਹਿ ਸਕਦੇ ਹੈਗੇ ਹਾਂ। It means philosophy is interested in all types of knowledge, whereas a physicist in the physical process of the universe, a historian in the past events, geography in the natural conditions of the universe, a biologist in the biological processes have a multidimensional outlook and interest। ਤਾਂ ਇਹਦੇ ਵਿੱਚ ਉਹ ਕਹਿੰਦਾ ਹੈਗਾ ਕਿ ਜਿਹੜਾ ਇੱਕ ਫਿਜ਼ੀਸ਼ੀਅਨ ਹੈਗਾ ਉਹ ਫਿਜ਼ੀਕਲ ਸਾਇੰਸਿਸ ਦੇ ਆਲੇ ਦੁਆਲੇ ਆਪਣੀ ਨੌਲੇਜ ਇਕੱਠਾ ਕਰਦਾ ਹੈ। ਇੱਕ ਹਿਸਟੋਰੀਅਨ ਹੈਗਾ ਜਿਹੜਾ ਉਹ ਪਾਸਟ ਦੀਆਂ ਈਵੈਂਟਸ ਨੂੰ ਦੇਖਦਾ ਹੈ। ਜਿਹੜਾ ਜੋਗਰਾਫੀ ਨਾਲ ਇੰਟਰਸਟ ਰੱਖਦਾ ਹੈਗਾ, ਜੋਗ੍ਰਾਫੀਕਲ ਫਿਲਾਸਫੀਜ਼ ਦੇ ਵਿੱਚ ਉਹ ਨੈਚੁਰਲ ਕੰਡੀਸ਼ਨਸ ਨੂੰ ਦੇਖਦਾ ਯੂਨੀਵਰਸ ਦੀਆਂ। ਤਾਂ ਕਹਿੰਦੇ ਕਿ ਫਿਲਾਸਫੀ ਹੈ ਜਿਹੜੀ ਆਪਾਂ ਨੂੰ ਇੱਕ ਸਬਜੈਕਟ ਦੇ ਆਲੇ ਦੁਆਲੇ ਅਗਰ ਆਪਾਂ ਡੀਪ ਨੌਲੇਜ ਇਕੱਠੀ ਕਰਦੇ ਤਾਂ ਉਹਦੇ ਵਿੱਚ ਜ਼ਿਆਦਾ ਹੈਲਪਫੁਲ ਹੈ ਜਿਹੜੀ ਉਹ ਹੁੰਦੀ ਹੈ। Philosophers are coming under different philosophical schools like an idealistic, naturalistic, philosophical, pragmatistic, realistic and progressivist। ਕਿ ਉਹ ਕਹਿੰਦਾ ਹੈ ਕਿ ਜਿਹੜੀ ਫਿਲਾਸਫੀ ਹੈਗੀ ਹੈ ਜਿਵੇਂ ਜਿਵੇਂ
ਜਿਨ੍ਹਾਂ ਬੇਸਿਸ ਦੇ ਆਧਾਰ 'ਤੇ ਆਪਾਂ ਆਪਣੀ ਫਿਲੋਸਫੀ ਨੂੰ ਡਿਵੈਲਪ ਕਰਦੇ ਹਾਂ ਉਹਦੇ ਵੱਖ-ਵੱਖ ਬੇਸਿਸ ਹੋ ਸਕਦੇ ਨੇ। ਜਿਵੇਂ ਆਈਡੀਅਲਿਸਟਿਕ ਕੁਛ ਆਪਣੀ ਆਦਰਸ਼ਾਂ ਦੇ ਆਧਾਰ 'ਤੇ ਆਪਣੀ ਫਿਲੋਸਫੀ ਨੂੰ ਡਿਵੈਲਪ ਕਰਦੇ ਆ। ਨੈਚੁਰਲਿਸਟਿਕ ਜੋ ਨੇਚਰ ਦੇ ਆਲੇ ਦੁਆਲੇ ਉਸ ਦੇ ਅਕੋਰਡਿੰਗ ਡਿਵੈਲਪ ਕਰਦੇ ਆ। ਕੋਈ ਫਿਲੋਸਫੀਕਲ ਸਾਇੰਸਿਸ ਦੇ ਅਕੋਰਡਿੰਗ ਡਿਵੈਲਪ ਕਰਦੇ ਹੈ ਨਾ। ਕੋਈ ਪ੍ਰੈਗਮੈਟਿਜ਼ਮ, ਪ੍ਰੈਗਮਾ, ਪ੍ਰਯੋਗ, ਐਕਸਪੈਰੀਮੈਂਟ ਦੇ ਉੱਪਰ ਡਿਵੈਲਪ ਕਰਦੇ ਕਿ ਫਿਲੋਸਫੀ ਨੂੰ ਡਿਵੈਲਪ ਕਰਨ ਦੇ ਵੀ ਵੱਖੋ ਵੱਖਰੇ ਤਰੀਕੇ ਹੈ ਜਿਹੜੇ ਉਹ ਹੈਗੇ ਆ। ਅੱਗੇ ਹੈਗਾ ਡੈਫੀਨੇਸ਼ਨਸ ਆਫ ਫਿਲੋਸਫੀ, ਡਾਕਟਰ ਸਰਵਪੱਲੀ ਰਾਧਾ ਕ੍ਰਿਸ਼ਨਨ। ਫਿਲੋਸਫੀ ਇਜ਼ ਅ ਲੌਜੀਕਲ ਇਨਕੁਆਇਰੀ ਇਨਟੂ ਦ ਨੇਚਰ ਆਫ ਰਿਐਲਿਟੀ। ਕਿ ਜਦੋਂ ਆਪਾਂ ਵਾਸਤਵਿਕਤਾ ਦੀ ਪ੍ਰਕਿਰਤੀ ਨੂੰ ਸਮਝਦੇ ਹਾਂ, ਨੇਚਰ ਆਫ ਰਿਐਲਿਟੀ ਨੂੰ ਅੰਡਰਸਟੈਂਡ ਕਰਦੇ ਹਾਂ, ਤਾਂ ਉਹਨੂੰ ਅੰਡਰਸਟੈਂਡ ਕਰਨ ਦੀ ਜਦੋਂ ਆਪਾਂ ਲੌਜੀਕਲੀ ਇਨਕੁਆਇਰੀ ਕਰਦੇ ਹਾਂ, ਲੌਜਿਕਲੀ ਦਾ ਮਤਲਬ ਹੈ ਕਿ ਆਪਣੇ ਕੋਲ ਕੋਈ ਲੌਜਿਕ ਹੋਵੇ, ਫੈਕਟ ਹੋਵੇ ਕੋਈ, ਜਦੋਂ ਆਪਾਂ ਕਿਸੇ ਰਿਐਲਿਟੀ ਨੂੰ ਰੀਅਲ ਮੰਨਦੇ ਹੈਗੇ ਆ। ਤਾਂ ਰਾਧਾ ਕ੍ਰਿਸ਼ਨਨ ਦੇ ਅਕੋਰਡਿੰਗ ਉਹ ਹੈ ਜਿਹੜੀ ਫਿਲੋਸਫੀ ਹੈ। ਫਿਕਟੇ ਫਿਲੋਸਫੀ ਇਜ਼ ਅ ਸਾਇੰਸ ਆਫ ਨੌਲੇਜ। ਕਿ ਜਿਹੜੀ ਫਿਲੋਸਫੀ ਹੈ ਜਿੰਨਾ ਵੀ ਆਪਾਂ ਨੌਲੇਜ ਗੇਨ ਕਰਦੇ ਹਾਂ, ਠੀਕ ਹੈ, ਕੋਈ ਵੀ ਨੌਲੇਜ ਰਜ਼ੇ ਡਿਗਜੈਗ ਨਹੀਂ ਹੋ ਸਕਦੀ ਕਿ ਇੱਥੋਂ ਆਪਾਂ ਕੁਛ ਚੱਕ ਲਿਆ, ਇੱਥੋਂ ਆਪਾਂ ਕੁਛ ਚੱਕ ਲਿਆ ਅਤੇ ਨੌਲੇਜ ਬਣ ਗਈ। ਇੱਕ ਸਿਸਟਮੈਟਿਕ ਨੌਲੇਜ ਹੈ ਜਿਹੜੀ ਸਟੈਪ ਬਾਈ ਨੌਲੇਜ ਜਿਹੜੀ ਆਪਾਂ ਗੇਨ ਕਰਦੇ ਹਾਂ, ਉਹੀ ਲੰਬੇ ਟਾਈਮ ਆਪਣੇ ਦਿਮਾਗ ਦੇ ਵਿੱਚ ਜਿਹੜੀ ਉਹ ਰਹਿੰਦੀ ਹੈ। ਤਾਂ ਇਸ ਪੁਆਇੰਟ ਆਫ ਵਿਅਕਤੀ ਕਹਿੰਦੇ ਕਿ ਜਿਹੜੀ ਸਾਇੰਸ ਹੈ ਉਹ ਆਪਾਂ ਜਾਣਦੇ ਸਟੈਪ ਟੂ ਸਟੈਪ ਨੌਲੇਜ ਹੈ। ਤਾਂ ਇਸ ਕਰਕੇ ਕਹਿੰਦੇ ਕਿ ਫਿਲੋਸਫੀ ਇੱਕ ਸਾਇੰਸ ਦੀ ਤਰ੍ਹਾਂ ਕੰਮ ਕਰਦੀ ਜਦੋਂ ਆਪਾਂ ਨੌਲੇਜ ਆਪਾਂ ਗੇਨ ਕਰਦੇ ਹੈਗੇ। ਹਰਬਰਟ ਸਪੈਂਸਰ, ਫਿਲੋਸਫੀ ਇਜ਼ ਅ ਕੰਸਰਨਡ ਵਿਦ ਐਵਰੀਥਿੰਗ ਐਜ਼ ਅ ਯੂਨੀਵਰਸਲ ਸਾਇੰਸਿਸ। ਕਿ ਜਿਹੜੀ ਫਿਲੋਸਫੀ ਹੈਗੀ ਹੈ ਉਹ ਮਤਲਬ ਕਿ ਹਰ ਚੀਜ਼ ਹੈ ਜੋ ਆਪਣੀ ਯੂਨੀਵਰਸਲ ਦੀਆਂ ਸਾਇੰਸਿਸ ਦੇ ਵਿੱਚ ਹੈਗਾ। ਇਹ ਨਹੀਂ ਹੈਗਾ ਕਿ ਜਿਹੜੀ ਫਿਲੋਸਫੀ ਹੈਗੀ ਆ ਉਹ ਸਿਰਫ ਇੱਕ ਦੋ ਵਿਸ਼ਿਆਂ ਦੇ ਨਾਲ ਜੁੜੀ ਹੋਈ ਹੈਗੀ ਹੈ। ਉਹ ਕਹਿੰਦੇ ਕਿ ਸਾਰੀਆਂ ਜਿੰਨੀਆਂ ਵੀ ਯੂਨੀਵਰਸਲ ਸਾਇੰਸਿਸ ਹੋਈਆਂ ਸਾਰਾ ਕੁਝ ਫਿਲੋਸਫੀ ਦੇ ਨਾਲ ਹੀ ਜੁੜਿਆ ਹੋਇਆ। ਅਕੋਰਡਿੰਗ ਟੂ ਸੋਕਰੇਟਸ, ਫਿਲੋਸਫੀ ਇਜ਼ ਅ ਡੇਲੀ ਐਕਟੀਵਿਟੀ। ਜੋ ਆਪਾਂ ਡੇਲੀ ਸੋਚਦੇ ਹਾਂ, ਥਿੰਕ ਕਰਦੇ ਹਾਂ, ਕਿਸੇ ਵਿਸ਼ੇ ਦੇ ਉੱਪਰ ਫੈਕਟਸ 'ਤੇ ਐਨਾਲਾਈਜ਼ ਕਰਦੇ ਹਾਂ, ਲੌਜਿਕਸ ਨੂੰ ਸਮਝਦੇ ਹਾਂ, ਉਹ ਸਭ ਕੁਝ ਉਹ ਕਹਿੰਦਾ ਹੈ ਕਿ ਫਿਲੋਸਫੀ ਹੈਗੀ ਹੈ। ਅਕੋਰਡਿੰਗ ਟੂ ਪਲੈਟੋ, ਫਿਲੋਸਫੀ ਇਜ਼ ਦਾ ਇਕੁਇਜੀਸ਼ਨ ਆਫ ਨੌਲੇਜ। ਕਿ ਫਿਲੋਸਫੀ ਹੈ ਜਿਹੜੀ ਜਦੋਂ ਆਪਾਂ ਇਕੁਲਾਈਜ਼ ਕਰਦੇ ਹਾਂ ਨੌਲੇਜ ਨੂੰ, ਇਕੱਠਾ ਕਰਦੇ ਹਾਂ, ਫਿਰ ਉਸਨੂੰ ਜਰਨਲਾਈਜ਼ ਕਰਦੇ ਹਾਂ, ਐਨਾਲਾਈਜ਼ ਕਰਦੇ ਹਾਂ, ਸਿੰਥੇਸਾਈਜ਼ ਕਰਦੇ ਹਾਂ, ਇਵੈਲੂਏਟ ਕਰਦੇ ਹਾਂ, ਉਸ ਚੀਜ਼ ਨੂੰ ਹੈ ਜਿਹੜੀ ਉਹ ਫਿਲੋਸਫੀ ਮੰਨਦਾ ਹੈਗਾ ਕਿ ਇਹ ਸਭ ਕੁਝ ਫਿਲੋਸਫੀ। ਨੈਕਸਟ ਹੈ ਜੀ ਨੇਚਰ ਆਫ ਫਿਲੋਸਫੀ। ਕਿ ਫਿਲੋਸਫੀ ਦੀ ਪ੍ਰਕਿਰਤੀ ਕੀ ਹੈ। ਫਸਟ ਹੈ ਸਰਚ ਫੋਰ ਨੇਚਰ, ਪ੍ਰਕਿਰਤੀ ਦੀ ਭਾਲ। ਪ੍ਰਕਿਰਤੀ ਦੀ ਭਾਲ ਤੋਂ ਮਤਲਬ ਇਹ ਨਹੀਂ ਕਿ ਆਪਾਂ ਆਪਣੇ ਆਲੇ ਦੁਆਲੇ ਜਾਂ ਕੁਛ ਵੀ ਹੈਗਾ। ਪ੍ਰਕਿਰਤੀ ਦੀ ਭਾਲ ਤੋਂ ਮਤਲਬ ਹੈਗਾ ਕਿ ਜਿਹੜੀ ਰਿਐਲਿਟੀ ਨੂੰ ਆਪਾਂ ਰੀਅਲ ਮੰਨਣਾ ਉਹਦਾ ਨੇਚਰ ਕੀ ਹੈ। ਜਿਵੇਂ ਰਿਐਲਿਟੀ ਹੈ, ਸਪੋਜ਼ ਸਾਰੇ ਆਪਾਂ ਜਾਣਦੇ ਹੈਗੇ ਹਾਂ ਕਿ ਅਰਥ ਆਪਣੇ ਐਕਸਿਸ 'ਤੇ ਟਿਲਟ ਹੈ ਨਾ, ਆਪਣੇ ਐਕਸਿਸ 'ਤੇ ਰਾਊਂਡ ਲਗਾਉਂਦੀ ਹੈ, 24 ਆਵਰਸ ਲਗਾਉਂਦੀ ਹੈ। ਆਪਣੀ ਐਕਸਿਸ 'ਤੇ ਰਾਊਂਡ ਲਾਉਂਦੀ ਹੈ ਸਨ ਦੇ ਆਲੇ ਦੁਆਲੇ ਵੀ ਇੱਕ ਇਲੈਪਟੀਕਲ ਆਰਡਰ ਦੇ ਵਿੱਚ ਰਾਊਂਡ ਲਗਾਉਂਦੀ ਹੈ। ਤਾਂ ਇਹ ਇੱਕ ਰਿਐਲਿਟੀ ਹੈ, ਠੀਕ ਹੈ। ਇਸ ਰਿਐਲਿਟੀ ਨੂੰ ਆਪਾਂ ਕਿਵੇਂ ਲੱਭਿਆ, ਇਸ ਰਿਐਲਿਟੀ ਦੇ ਵਿੱਚ ਜਿਹੜੀ ਸੱਚਾਈ ਹੈ ਪ੍ਰੂਫ ਕਿਵੇਂ ਹੋਈ ਹੈ, ਕੀ ਲੌਜਿਕਸ ਰਹੇ, ਕੀ ਫੈਕਟਸ ਰਹੇ। ਜਦੋਂ ਆਪਾਂ ਸੱਚਾਈ ਦੇ ਪਿੱਛੇ ਉਹਨਾਂ ਚੀਜ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਉਹ ਸਰਚ ਫੋਰ ਨੇਚਰ ਹੈ। ਸਰਚ ਫੋਰ ਟਰੁੱਥ, ਜਦੋਂ ਆਪਾਂ ਸੱਚ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸੱਚ ਕੀ ਹੈ। ਜਿਵੇਂ ਵਟ ਇਜ਼ ਗੋਡ, ਕੀ ਗੋਡ ਕੀ ਹੈ, ਜਦੋਂ ਆਪਾਂ ਇਸ ਸਰਚ ਨੂੰ ਲੱਭਾਂਗੇ। ਵਟ ਇਜ਼ ਸੋਲ, ਸੋਲ ਕੀ ਹੈ। ਜਾਂ ਕਿਸੇ ਵੀ ਹੋਰ ਤੁਸੀਂ ਨੈਚੁਰਲ ਸਾਇੰਸਿਸ ਜਾਂ ਫਿਲੋਸਫੀਕਲ ਸਾਇੰਸਿਸ ਜਾਂ ਸੋਸ਼ਲ ਸਾਇੰਸਿਸ ਦਾ ਕੋਈ ਵੀ ਸਵਾਲ ਚੁੱਕ ਸਕਦੇ ਹੈਗੇ ਹੋ। ਜਦੋਂ ਆਪਾਂ ਉਸ ਇੱਕ ਵੀ ਲਫ਼ਜ਼ ਦਾ ਜਦੋਂ ਪਿਛਲਾ ਬੈਕਗਰਾਊਂਡ ਫਰੋਲਦੇ ਹੈਗੇ ਹਾਂ, ਟਰੁੱਥ ਕੀ ਰਿਹਾ ਹੈਗਾ ਅਤੇ ਇਹ ਟਰੁੱਥ ਡਿਵੈਲਪ ਹੋਇਆ ਕਿਵੇਂ ਹੈ। ਜਿਵੇਂ H2O ਹੈ, ਆਪਾਂ ਸਾਰੇ ਜਾਣਦੇ ਹਾਂ ਵੀ 2 ਮੋਲੀਕਿਊਲਸ H ਹਾਈਡਰੋਜਨ ਦੇ, ਇੱਕ ਮੋਲੀਕਿਊਲ ਆਕਸੀਜਨ ਦਾ, ਦੋਨੋਂ ਮਿਲ ਕੇ ਵਾਟਰ ਬਣਦੀ ਹੈ। ਆਪਾਂ ਸਾਰੇ ਇਸ ਟਰੁੱਥ ਨੂੰ ਜਾਣਦੇ ਹਾਂ। ਜਦੋਂ ਇਹ ਟਰੁੱਥ ਬਣਿਆ, ਕਿਵੇਂ ਬਣਿਆ, ਇੱਕ ਟਰੁੱਥ ਦੇ ਪਿੱਛੇ ਦੀ ਸੱਚਾਈ ਕੀ ਹੈਗੀ ਹੈ, ਆਪਾਂ ਕਿਸੇ ਸੱਚ ਨੂੰ ਕਿਵੇਂ ਲੱਭਦੇ ਹਾਂ। ਤਾਂ ਜਦੋਂ ਇਸ ਚੀਜ਼ ਦਾ ਆਪਾਂ ਪਤਾ ਕਰਦੇ ਹਾਂ ਤਾਂ ਇਹ ਵੀ ਇੱਕ ਫਿਲੋਸਫੀ ਹੈਗੀ ਹੈ। ਕਿਉਂਕਿ ਜਿਹੜਾ ਪਰਸਨ ਸੱਚ ਨੂੰ ਲੱਭ ਰਿਹਾ ਹੈ ਉਹਦਾ ਆਪਣਾ ਦਿਮਾਗ ਹੈ, ਉਹਦੇ ਆਪਣੇ ਆਧਾਰ ਨਹੀਂ, ਆਪਣੇ ਪ੍ਰਿੰਸੀਪਲਸ ਨਹੀਂ, ਉਹ ਉਹਨਾਂ 'ਤੇ ਬੇਸਦੇ ਕਿਸੇ ਸੱਚਾਈ ਨੂੰ ਜਿਹੜਾ ਲੱਭੇਗਾ, ਹੈ ਨਾ। ਤਾਂ ਇਸ ਕਰਕੇ ਥਰਡ ਇਜ਼ ਅ ਵੇ ਆਫ ਲਾਈਫ। ਐਵਰੀ ਪਰਸਨ ਇਜ਼ ਅ ਫਿਲੋਸਫਰ ਬਾਈ ਬਰਥ। ਹਰ ਪਰਸਨ ਬਾਈ ਬਰਥ, ਜਨਮ ਤੋਂ ਹੀ ਫਿਲੋਸਫਰ ਆ। ਅਤੇ ਉਹ ਹਰ ਪਰਸਨ ਆਪ ਦੀ ਫਿਲੋਸਫੀ ਦੇ ਅਕੋਰਡਿੰਗ ਆਪਣਾ ਵੇ ਆਫ ਲਾਈਫ ਹੈ ਜਿਹੜਾ ਆਪਣੀ ਜ਼ਿੰਦਗੀ ਦਾ ਇੱਕ ਜਿਉਣ ਦਾ ਜਿਹੜਾ ਰਸਤਾ ਹੈ, ਨਜ਼ਰੀਆ, ਉਹ ਬਣਾਉਂਦਾ ਹੈਗਾ। ਕੋਈ ਵੀ ਪਰਸਨ ਜੋ ਉਸਦੇ ਦਿਮਾਗ ਦੇ ਵਿੱਚ ਆਉਂਦਾ ਹੈ, ਜੋ ਸੋਚਦਾ, ਉਸ ਦੇ ਅਕੋਰਡਿੰਗ ਹੀ ਆਪਣੀ ਲਾਈਫ ਨੂੰ ਉਹ ਜਿਉਂਦਾ ਹੈਗਾ। ਇਸ ਕਰਕੇ ਆਪਾਂ ਫਿਲੋਸਫੀ ਨੂੰ ਆ ਵੇ ਆਫ ਲਾਈਫ ਵੀ ਕਹਿ ਸਕਦੇ ਹਾਂ। ਡਾਇਨਾਮਿਕ ਕੰਸੈਪਟ, ਡਾਇਨਾਮਿਕ ਕੰਸੈਪਟ ਤੋਂ ਮਤਲਬ ਹੈ ਗਤੀਸ਼ੀਲ ਧਾਰਨਾ। ਕਿ ਜਿਵੇਂ ਜਿਵੇਂ ਸਮੇਂ ਦੇ ਨਾਲ ਨਾਲ ਆਪਣੀ ਨੌਲੇਜ ਦੇ ਵਿੱਚ ਚੇਂਜ ਆ ਰਿਹਾ ਹੈ, ਉਸੇ ਅਕੋਰਡਿੰਗ ਆਪਣੀ ਫਿਲੋਸਫੀ ਵੀ ਹੈ ਜਿਹੜੀ ਉਹ ਚੇਂਜੇਬਲ ਹੈ। ਜਿਵੇਂ ਬਿਗੇਸਟ ਇੱਕ ਐਗਜ਼ਾਮਪਲ ਹੈ, ਜਿਵੇਂ ਆਪਣੇ ਘਰ ਦਾਦਾ ਦਾਦੀ ਹੁੰਦੇ ਹੈ,
ਤੇ ਆਪਾਂ ਹੈਗੇ ਆ ਇੱਕ ਜਨਰੇਸ਼ਨ ਗੈਪ ਹੈ, ਤੇ ਉਹਨਾਂ ਦੀ ਥਿੰਕਿੰਗ ਤੇ ਆਪਣੀ ਥਿੰਕਿੰਗ ਦੇ ਵਿੱਚ ਤੁਹਾਨੂੰ ਫਰਕ ਦੇਖਣ ਨੂੰ ਜ਼ਰੂਰ ਮਿਲਦਾ ਹੋਏਗਾ, ਹੈ ਨਾ। ਤਾਂ ਦੈਟ ਇਜ਼ ਉਹਨਾਂ ਦੇ ਸਮੇਂ 'ਤੇ ਜਿੰਨੀ ਕੁ ਨੌਲੇਜ ਸੀ ਉਸ ਦੇ ਅਕੋਰਡਿੰਗ ਡਿਵੈਲਪ ਹੋਇਆ, ਉਸ ਦੇ ਅਕੋਰਡਿੰਗ ਉਹਨਾਂ ਦੀ ਗਰੋਥ ਹੋਈ ਹੈ। ਉਹ ਉਸ ਹਿਸਾਬ ਦੇ ਨਾਲ ਆਪਣੀ ਥਿੰਕਿੰਗ ਨੂੰ ਡਿਵੈਲਪ ਕੀਤਾ ਉਹਨਾਂ ਨੇ, ਅਤੇ ਉਸੇ ਹਿਸਾਬ ਨਾਲ ਮੈਨੇਜ ਕੀਤਾ। ਅਤੇ ਆਪਾਂ ਜਿਹੋ ਜਿਹੇ ਸਮੇਂ ਦੇ ਵਿੱਚ ਡਿਵੈਲਪ ਹੋਏ ਹਾਂ, ਆਪਣੀ ਥਿੰਕਿੰਗ ਨੇ ਅੱਜ ਦੇ ਪ੍ਰੋਸੈਸ ਨੇ ਜੇ ਉਹਨਾਂ ਨੇ ਆਪਣੀ ਥਿੰਕਿੰਗ ਨੂੰ ਪ੍ਰਭਾਵਿਤ ਕੀਤਾ, ਤਾਂ ਆਪਣੀ ਥਿੰਕਿੰਗ ਹੈ ਜਿਹੜੀ ਫਿਲਾਸਫੀ ਹੈ, ਤਾਂ ਇਸ ਕਰਕੇ ਇੱਕ ਡਾਇਨਾਮਿਕ ਕੰਸੈਪਟ ਹੈ। ਜਿਵੇਂ ਜਿਵੇਂ ਸਮੇਂ ਦੇ ਹਿਸਾਬ ਨਾਲ ਚੇਂਜ ਆ ਰਿਹਾ, ਉਵੇਂ ਉਵੇਂ ਆਪਣੀ ਫਿਲਾਸਫੀ ਵੀ ਚੇਂਜੇਬਲ ਹੈ। ਰਿਲੇਸ਼ਨਸ਼ਿਪ ਬਿਟਵੀਨ ਫਿਲਾਸਫੀ ਐਂਡ ਸਾਇੰਸ, ਇਹ ਜਿਹੜੀ ਦਰਸ਼ਨ ਹੈ ਅਤੇ ਵਿਗਿਆਨ ਹੈ ਆਪਸ ਦੇ ਵਿੱਚ ਜੁੜੇ ਹੋਏ। ਦੇਖੋ ਰਾਜੇ, ਆਪਾਂ ਜ਼ਰੂਰ ਕਹਿੰਦੇ ਹਾਂ ਵੀ ਸਾਇੰਸ ਇਨਵੈਂਸ਼ਨਸ ਹੈ, ਐਕਸਪੈਰੀਮੈਂਟੇਸ਼ਨਸ ਹੈ ਨਾ, ਕੈਮੀਕਲਸ ਹੁੰਦੇ ਐਕਸਪੈਰੀਮੈਂਟ, ਬਟ ਜੇ ਆਪਾਂ ਇਹਦੀ ਬੈਕਗਰਾਊਂਡ ਨੂੰ ਫਰੋਲੀਏ, ਕਿਸੇ ਨਾ ਕਿਸੇ ਦੇ ਮਾਈਂਡ ਦੇ ਵਿੱਚ ਕੁਐਸਚਨ ਤਾਂ ਡਿਵੈਲਪ ਹੋਇਆ ਨਾ, ਉਹ ਕਿ ਇਹ ਜਿਵੇਂ ਹੁਣ ਆਪਾਂ ਗ੍ਰੈਵਿਟੀ ਕਹਿੰਦੇ ਹਾਂ ਕਿ ਅਰਥ ਦੇ ਵਿੱਚ ਹੈਗੀ ਹੈ ਨਾ, ਅਰਥ ਦੇ ਕੋਲ, ਤਾਂ ਇਹ ਕਿਸੇ ਨੇ ਤਾਂ ਡਿਵੈਲਪ ਕੀਤਾ ਨਾ। ਜਿਵੇਂ ਆਪਾਂ ਉਸ ਐਗਜ਼ਾਮਪਲ ਪੜ੍ਹਦੇ ਹਾਂ ਕਿ ਬਾਲ ਜਦੋਂ ਆਪਾਂ ਉੱਪਰ ਨੂੰ ਸੁੱਟਦੇ ਹਾਂ, ਉੱਪਰ ਨੂੰ ਹੀ ਕਿਉਂ ਜਾਂਦੀ ਹੈ ਅਤੇ ਫਿਰ ਨੀਚੇ ਹੀ ਕਿਉਂ ਆ ਜਾਂਦੀ ਹੈ, ਠੀਕ ਹੈ, ਉੱਪਰ ਹੀ ਕਿਉਂ ਨਹੀਂ ਰਹਿ ਜਾਂਦੀ। ਤਾਂ ਇਹ ਆਪਣੀ ਮਾਈਂਡ ਦੇ ਵਿੱਚ ਡਿਵੈਲਪ ਹੋਇਆ ਨਾ ਕੁਐਸਚਨ, ਆਪਣੀ ਥਿੰਕਿੰਗ ਹੈ ਨਾ, ਤਾਂ ਇਸ ਕਰਕੇ ਫਿਲੋਸਫੀ ਅਤੇ ਸਾਇੰਸ ਆਪਸ ਦੇ ਵਿੱਚ ਜੁੜੇ ਹੋਏ। ਜੇ ਆਪਾਂ ਸੋਚਾਂਗੇ ਤਾਂ ਹੀ ਸਾਇੰਸ ਦੇ ਕੁਐਸਚਨਸ ਨੂੰ ਆਪਾਂ ਹੱਲ ਕਰ ਸਕਦੇ ਹਾਂ, ਅਦਰਵਾਈਜ਼ ਆਪਾਂ ਸਾਇੰਸ ਦੇ ਕੁਐਸਚਨਸ ਦਾ ਹੱਲ ਨਹੀਂ ਕਰ ਸਕਦੇ। ਬੇਸਡ ਔਨ ਕਮਿਊਨੀਕੇਸ਼ਨ, ਜਿੰਨਾ ਆਪਾਂ ਇੱਕ ਦੂਸਰੇ ਨਾਲ ਲੈਣ ਦੇਣ ਕਰਾਂਗੇ, ਕਮਿਊਨੀਕੇਟ ਕਰਾਂਗੇ, ਉਨੀ ਆਪਣੀ ਫਿਲੋਸਫੀ ਹੈ ਜਿਹੜੀ ਉਹ ਅੱਛੀ ਡਿਵੈਲਪ ਹੋਏਗੀ। ਕੁਛ ਆਪਾਂ ਕਿਸੇ ਦੇ ਵਿਚਾਰਾਂ ਨੂੰ ਸੁਣਾਂਗੇ, ਉਹਨਾਂ 'ਤੇ ਇਫੈਕਟ ਹੋਵਾਂਗੇ, ਚੰਗੇ ਵਿਚਾਰਾਂ ਨੂੰ ਅਡੋਪਟ ਕਰਾਂਗੇ। ਕੋਈ ਆਪਣੇ ਤੋਂ ਵਿਚਾਰ ਸੁਣੇਗਾ, ਆਪਣੇ ਜੋ ਕੁਛ ਚੰਗਾ ਲੱਗੇਗਾ ਅਡੋਪਟ ਕਰੇਗਾ, ਆਪਣੀ ਨੌਲੇਜ ਦੇ ਵਿੱਚ ਵਾਧਾ ਕਰੇਗਾ, ਤਾਂ ਉਵੇਂ ਉਵੇਂ ਆਪਣੀ ਫਿਲੋਸਫੀ ਹੈ ਜਿਹੜੀ ਉਹ ਡਿਵੈਲਪ ਹੁੰਦੀ ਹੈ। ਫਲੈਕਸੀਬਲ ਨੇਚਰ, ਫਲੈਕਸੀਬਲ ਨੇਚਰ ਦਾ ਮਤਲਬ ਹੈ ਕਿ ਪ੍ਰਕਿਰਤੀ ਹੈ ਜਿਹੜੀ ਲਚਕੀਲੀ ਹੈ। ਇਹ ਵੀ ਨਹੀਂ ਹੁੰਦਾ ਕਿ ਫਿਲੋਸਫੀ ਦੇ ਲਈ ਆਪਾਂ ਬਹੁਤ ਜ਼ਿਆਦਾ ਸਟ੍ਰਿਕਟ ਹੋ ਜਾਈਏ ਵੀ ਮੈਂ ਤਾਂ ਇਹ ਕਰਦਾ ਹੀ ਨਹੀਂ ਅਤੇ ਮੈਂ ਇਹ ਕਰਨਾ ਹੀ ਨਹੀਂ। ਸਮੇਂ ਦੇ ਹਿਸਾਬ ਦੇ ਨਾਲ ਜਿਵੇਂ ਜਿਵੇਂ ਸਮੇਂ ਦੇ ਵਿੱਚ ਬਦਲਾਅ ਆ ਰਿਹਾ, ਆਪਾਂ ਨੂੰ ਹਰ ਜਗ੍ਹਾ ਦੇ ਉੱਪਰ ਐਡਜਸਟ ਕਰਨਾ ਪੈਂਦਾ, ਅਤੇ ਉੱਥੇ ਆਪਾਂ ਆਪਣੀ ਸੋਚ ਨੂੰ ਕਈ ਵਾਰ ਆਪਾਂ ਨੂੰ ਚੰਗਾ ਨਹੀਂ ਲੱਗਦਾ ਹੁੰਦਾ, ਪਰ ਫਿਰ ਵੀ ਆਪਾਂ ਉੱਥੇ ਐਡਜਸਟ ਕਰਦੇ ਹੈਗੇ ਆ। ਫਲੈਕਸੀਬਲ ਨੇਚਰ ਕਿ ਅਕੋਰਡਿੰਗ ਟੂ ਟਾਈਮ ਜਿਹਦੇ ਵਿੱਚ ਆਪਾਂ ਆਪਣੇ ਆਪ ਨੂੰ ਐਡਜਸਟ ਕਰ ਲਈਏ। ਨੈਕਸਟ ਹੈ ਸਾਡੇ ਸਟਰਕਚਰਲ ਐਂਡ ਡਿਟੇਲਡ ਡਿਸਪਲਿਨ, ਕਿ ਬਹੁਤ ਵੱਡਾ ਡਿਸਪਲਿਨ ਹੈ। ਸਾਰੇ ਡਿਸਪਲਿਨ ਇਹਦੇ ਵਿੱਚੋਂ ਹੀ ਡਿਵੈਲਪ ਹੋਏ ਨੇ, ਹੌਲੀ ਹੌਲੀ ਇਹਦੇ ਵਿੱਚੋਂ ਹੀ ਡਿਵੈਲਪ ਹੋ ਕੇ ਅੱਗੇ ਜਾ ਕੇ ਵਿਸ਼ਿਆਂ ਦੇ ਵਿੱਚ ਡਿਵਾਈਡੇਸ਼ਨ ਹੋਈ ਹੈ, ਅਤੇ ਇੱਕ ਬਹੁਤ ਵੱਡਾ ਵਿਸ਼ਾ ਦੇ ਰੂਪ ਦੇ ਵਿੱਚ ਇਸ ਨੂੰ ਆਪਾਂ ਸਮਝ ਸਕਦੇ ਹੈਗੇ ਹਾਂ। ਅਤੇ ਜਿਵੇਂ ਜਿਵੇਂ ਆਪਾਂ ਥਿੰਕਿੰਗ ਕਰਦੇ ਹਾਂ, ਕੁਐਸਚਨਸ ਦੇ ਹੱਲ ਲੱਭਦੇ ਹਾਂ, ਉਵੇਂ ਉਵੇਂ ਆਪਣੀ ਥਿੰਕਿੰਗ ਹੈ ਜਿਹੜੀ ਉਹ ਡਿਵੈਲਪ ਹੁੰਦੀ ਹੈ। ਥੈਂਕ ਯੂ ਰਾਜੇ, ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ।